ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੀ ਪੜ੍ਹਾਈ ਬਾਰੇ ਸਾਖੀ ਸੁਣਦੇ ਹਾਂ ਕਿ ਕਿਵੇਂ ਗੁਰੂ ਜੀ ਨੇ ਮੌਲਵੀ ਪਾਸਿਓਂ ਫਾਰਸੀ ਪੜ੍ਹੀ ਅਤੇ ਸਿੱਖੀ ਅਤੇ ਮੌਲਵੀ ਨੂੰ ਵੀ ਪੜ੍ਹਾ ਦਿੱਤਾ। ਜਦ ਗੁਰੂ ਜੀ ਨੇ ਪਾਂਦੇ ਪਾਸਿਓਂ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਦੀ ਪੜ੍ਹਾਈ ਪੂਰੀ ਕਰ ਲਈ ਤਾਂ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਮੌਲਵੀ ਪਾਸ ਫਾਰਸੀ ਦੀ ਪੜ੍ਹਾਈ ਕਰਨ ਵਾਸਤੇ ਭੇਜਿਆ, ਕਿਉਂਕਿ ਉਹਨਾਂ ਸਮਿਆਂ ਵਿੱਚ ਇਸਲਾਮੀ ਹਕੂਮਤ ਹੋਣ ਕਰਕੇ ਦਫ਼ਤਰੀ ਪੱਤਰ ਵਿਚਾਰ ਦੀ ਬੋਲੀ ਫਾਰਸੀ ਸੀ। ਇਸ ਲਈ ਮਹਿਤਾ ਕਾਲੂ ਜੀ ਗੁਰੂ ਜੀ ਨੂੰ ਫਾਰਸੀ ਪੜ੍ਹਾਉਣਾ ਚਾਹੁੰਦੇ ਸਨ, ਕਿਉਂਕਿ ਫਾਰਸੀ ਪੜ੍ਹਿਆ ਹੀ ਅਸਲੀ ਅਰਥਾਂ ਵਿੱਚ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਸੀ। ਬਾਲਾ ਪ੍ਰੀਤਮ ਦੀ ਵੀ ਫਾਰਸੀ ਦੀ ਪੜ੍ਹਾਈ ਕਰਨ ਵਿੱਚ ਬੜੀ ਦਿਲਚਸਪੀ ਸੀ। ਇਸ ਲਈ ਉਹਨਾਂ ਨੇ ਫਾਰਸੀ ਛੇਤੀ ਹੀ ਪੜ੍ਹ ਤੇ ਸਿੱਖ ਲਈ। ਕੁਝ ਹੀ ਸਮੇਂ ਵਿੱਚ ਬਾਲਾ ਗੁਰੂ ਆਪਣੇ ਸਭ ਸਾਥੀਆਂ ਨਾਲੋਂ ਅੱਗੇ ਲੰਘ ਗਏ ਸਨ। ਮੌਲਵੀ ਵੀ ਇਸ ਨੂੰ ਦੇਖ ਕੇ ਬੜਾ ਹੀ ਹੈਰਾਨ ਸੀ, ਕਿਉਂਕਿ ਬਾਲਾ ਗੁਰੂ ਇੰਨੀ ਛੇਤੀ ਹੀ ਫਾਰਸੀ ਨੂੰ ਚੰਗੀ ਤਰ੍ਹਾਂ ਸਿੱਖ ਗਿਆ ਸੀ। ਬਾਲਾ ਗੁਰੂ ਉਹਨਾਂ ਬੱਚਿਆਂ ਨਾਲੋਂ ਵੀ ਚੰਗੀ ਫਾਰਸੀ ਬੋਲ ਅਤੇ ਲਿਖ ਲੈਂਦਾ ਸੀ, ਜਿਨ੍ਹਾਂ ਦੀ ਮਾਂ ਬੋਲੀ ਫਾਰਸੀ ਸੀ। ਜਦ ਗੁਰੂ ਜੀ ਫਾਰਸੀ ਪੜ੍ਹਨ ਵਿੱਚ ਪੂਰੇ ਪੱਕੇ ਹੋ ਗਏ ਤਾਂ ਉਹ ਆਮ ਕਰਕੇ ਮੌਲਵੀ ਪਾਸੋਂ ਕਈ ਗੁੰਝਲਦਾਰ ਸਵਾਲ ਪੁੱਛਣ ਲੱਗ ਗਏ। ਯਾਨੀ ਗੁਰੂ ਜੀ ਮੌਲਵੀ ਤੋਂ ਕਾਫੀ ਗੁੰਝਲਦਾਰ ਪ੍ਰਸ਼ਨ ਪੁੱਛਣ ਲੱਗ ਗਏ, ਜਿਨ੍ਹਾਂ ਦਾ ਜਵਾਬ ਦੇਣਾ ਮੌਲਵੀ ਪਾਸਿਓਂ ਬਹੁਤ ਹੀ ਮੁਸ਼ਕਿਲ ਹੋ ਜਾਂਦਾ। ਕਈ ਵਾਰ ਉਹ ਮੌਲਵੀ ਤੋਂ ਪੁੱਛਦੇ, ਬਾਲਾ ਪ੍ਰੀਤਮ ਗੁਰੂ ਨਾਨਕ ਦੇਵ ਜੀ ਮੌਲਵੀ ਤੋਂ ਪੁੱਛਦੇ, ਮੌਲਵੀ ਜੀ ਜੇ ਅੱਲਾ ਪਾਕ ਇੱਕ ਹੈ ਤਾਂ ਫਿਰ ਵੱਖ-ਵੱਖ ਮਜ਼ਹਬ ਕਿਉਂ ਹਨ? ਮੌਲਵੀ ਆਪਣੀ ਸਮਝ ਅਨੁਸਾਰ ਉੱਤਰ ਦਿੰਦਾ, ਪਰ ਗੁਰੂ ਜੀ ਦੀ ਤਸੱਲੀ ਨਾ ਕਰਾ ਸਕਦਾ। ਗੁਰੂ ਜੀ ਕਹਿੰਦੇ, ਜਦ ਅੱਲਾ ਇੱਕ ਹੈ ਤਾਂ ਇਸ ਕਾਇਨਾਤ ਦਾ ਹਰ ਜੀਵ ਉਸ ਦਾ ਜਾਇਆ ਹੈ, ਉਸ ਦਾ ਪੁੱਤਰ ਜਾਂ ਧੀ ਹੈ। ਇਸ ਲਈ ਅਸੀਂ ਸਭ ਭਰਾ ਭੈਣ ਹਾਂ। ਮੁਸਲਮਾਨ ਹਿੰਦੂਆਂ 'ਤੇ ਜ਼ੁਲਮ ਢਾਉਂਦੇ ਹਨ। ਉਹਨਾਂ ਦਾ ਕਸੂਰ ਕੇਵਲ ਇਹ ਹੈ ਕਿ ਉਹ ਹਿੰਦੂ ਹਨ, ਪਰ ਕੀ ਹਿੰਦੂ ਇੱਕ ਰੱਬ ਦੀ ਸੰਤਾਨ ਨਹੀਂ? ਕਿ ਹਿੰਦੂ ਔਰ ਮੁਸਲਮਾਨ ਇੱਕੋ ਹੀ ਰੱਬ ਦੀ ਸੰਤਾਨ ਨਹੀਂ? ਕਿ ਉਹ ਦੋਨੇ ਭਰਾ ਨਹੀਂ? ਅੱਲਾ ਜਦ ਸਰਬ ਵਿਆਪਕ ਹੈ ਅਤੇ ਹਰ ਥਾਂ 'ਤੇ ਹੈ, ਤਾਂ ਫਿਰ ਇਸ ਨੂੰ ਅਸੀਂ ਕੁਝ ਮਜ਼ਹਬਾਂ ਜਾਂ ਮੰਦਰਾਂ ਤੱਕ ਕਿਉਂ ਮਹਿਮੂਦ ਰੱਖਦੇ ਹਾਂ? ਉਹਨਾਂ ਨੇ ਮੌਲਵੀ ਨੂੰ ਇਹ ਵੀ ਸਮਝਾਇਆ ਕਿ ਤੁਸੀਂ ਫਾਰਸੀ ਪੜ੍ਹਾਉਂਦੇ ਹੋ ਅਤੇ ਅਸੀਂ ਪੜ੍ਹਦੇ ਹਾਂ, ਤਾਂ ਕਿ ਫਾਰਸੀ ਪੜ੍ਹ ਕੇ ਦਫ਼ਤਰਾਂ ਵਿੱਚ ਫਾਰਸੀ ਵਿੱਚ ਕੰਮ ਕਰ ਸਕੀਏ। ਪਰ ਉਸ ਇਲਮ ਦਾ ਕੀ ਫਾਇਦਾ ਜਿਹੜਾ ਸਾਨੂੰ ਕਠਪੁਤਲੀਆਂ ਬਣਾ ਕੇ ਰੱਖ ਦਿੰਦਾ ਹੈ। ਅਸੀਂ ਅੱਲਾ ਨੂੰ ਬਿਲਕੁਲ ਭੁਲਾ ਦਿੰਦੇ ਹਾਂ, ਪਰ ਉਸ ਦੇ ਨਾਂ ਉੱਤੇ ਲੜਦੇ ਹਾਂ। ਸੱਚੀ ਤਾਲੀਮ ਤਾਂ ਉਹ ਹੈ ਜਿਹੜੀ ਸਾਨੂੰ ਅੱਲਾ ਪਾਕ ਨਾਲ ਜੋੜੇ, ਜਿਸ ਕਰਕੇ ਅਸੀਂ ਅੱਲਾ ਪਾਕ ਨਾਲ ਇੱਕਮਿਕ ਹੋ ਸਕੀਏ ਅਤੇ ਉਸ ਦੀ ਰਜ਼ਾ ਵਿੱਚ ਚੱਲਣਾ ਸਿੱਖੀਏ। ਮੌਲਵੀ ਗੁਰੂ ਜੀ ਦੀਆਂ ਗੱਲਾਂ 'ਤੇ ਬਹੁਤ ਖੁਸ਼ ਹੋਇਆ ਤੇ ਉਸ ਨੇ ਕਿਹਾ ਕਿ ਪਹਿਲਾਂ ਮੈਂ ਤੇਰਾ ਉਸਤਾਦ ਸੀ, ਅੱਜ ਤੋਂ ਤੂੰ ਮੇਰਾ ਉਸਤਾਦ ਬਣ ਗਿਆ ਹੈ। ਮੌਲਵੀ ਬਾਲਾ ਗੁਰੂ 'ਤੇ ਇੰਨੇ ਪ੍ਰਭਾਵਿਤ ਹੋਏ ਕਿ ਆਪ ਮਹਿਤਾ ਕਾਲੂ ਜੀ ਨੂੰ ਜਾ ਕੇ ਮਿਲੇ ਅਤੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਪੁੱਤਰ ਤਾਂ ਰੱਬ ਦਾ ਕੋਈ ਪੈਗੰਬਰ ਹੈ। ਬਾਲਾ ਪ੍ਰੀਤਮ ਤਾਂ ਇਸ ਦੁਨੀਆ ਵਿੱਚ ਜ਼ੁਲਮ ਜ਼ਬਰ ਦੇ ਵਿਰੁੱਧ ਸੱਚ ਦਾ ਧਰਮ ਚਲਾਉਣ ਵਾਸਤੇ ਆਇਆ ਹੈ। ਮਹਿਤਾ ਕਾਲੂ ਜੀ ਤਾਂ ਮੌਲਵੀ ਦੀ ਗੱਲ 'ਤੇ ਇੰਨੇ ਖੁਸ਼ ਨਾ ਹੋਏ, ਪਰ ਜਦ ਰਾਏ ਭੁਲਾਰ ਨੇ ਮੌਲਵੀ ਪਾਸੋਂ ਇਹ ਸਭ ਕੁਝ ਸੁਣਿਆ ਤਾਂ ਉਹ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗੇ, ਇਸ ਬਾਰੇ ਮੈਨੂੰ ਸਭ ਤੋਂ ਪਹਿਲਾਂ ਦਾ ਪਤਾ ਹੈ। ਤੁਹਾਡੇ ਦੱਸਣ 'ਤੇ ਯਕੀਨ ਹੋਰ ਵੀ ਪੱਕਾ ਹੋ ਗਿਆ ਹੈ ਕਿ
ਬਾਲਾ ਪ੍ਰੀਤਮ ਇਸ ਦੁਨੀਆ ਦਾ ਉਧਾਰ ਕਰਨ ਵਾਸਤੇ ਆਈ ਹੈ। ਇਸ ਜ਼ੁਲਮ ਦੀ ਜੋ ਦੁਨੀਆ ਹੈ, ਇਸ ਜੋ ਅਗਿਆਨਤਾ ਦਾ ਜੋ ਹਨੇਰਾ ਹੈ, ਉਸ ਨੂੰ ਖਤਮ ਕਰਨ ਵਾਸਤੇ ਆਈ ਹੈ। ਇਸ ਤਰ੍ਹਾਂ ਬਾਲਾ ਪ੍ਰੀਤਮ ਨੇ, ਗੁਰੂ ਨਾਨਕ ਦੇਵ ਜੀ ਨੇ, ਬਾਬੇ ਨਾਨਕ ਨੇ ਮੌਲਵੀ ਪਾਸਿਓਂ ਫਾਰਸੀ ਪੜ੍ਹੀ ਅਤੇ ਮੌਲਵੀ ਨੂੰ ਵੀ ਬਹੁਤ ਕੁਝ ਅਧਿਆਤਮਿਕ ਪੜ੍ਹਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।